ਮਨਪ੍ਰੀਤ ਜੀ, ਹੁਣ ਅੰਮ੍ਰਿਤਪਾਲ ਸਿੰਘ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਕੀ ਕਹਿ ਰਹੇ ਨੇ ਜੀ ਇਸ ਵੀਡੀਓ ਦੇ ਵਿੱਚ ਤੇ ਕੀ ਪ੍ਰਤੀਕਰਮ ਆ ਰਿਹਾ ਪ੍ਰਸ਼ਾਸਨ ਵੱਲੋਂ? ਵਾਸੂ ਜੀ, ਬੜੀ ਹੈਰਾਨੀ ਹੁੰਦੀ ਆ ਕਿ ਲਗਾਤਾਰ ਕਦੇ ਆਡੀਓ ਕਦੇ ਵੀਡੀਓਜ਼ ਇਦਾਂ ਦੇ ਮੈਸੇजेस ਆ ਰਹੇ ਨੇ। ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਇਹ ਮੁਖੀ ਨੇ ਔਰ ਲਗਾਤਾਰ ਇਸ ਟਾਈਮ ਇਹ ਭੱਜੇ ਹੋਏ ਨੇ। ਨੈਸ਼ਨਲ ਸਿਕਿਉਰਿਟੀ ਐਕਟ ਇਹਨਾਂ ਤੇ ਲਗਾ ਦਿੱਤਾ ਗਿਆ ਔਰ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਰ ਵਾਰੀ ਇਹ ਕਹਿੰਦੇ ਨੇ 2 ਅਪੀਅਰੈਂਸਿਸ ਦੇ ਵਿੱਚ ਕਿ ਅਸੀਂ ਤਾਂ ਬਹੁਤ ਨੇੜੇ ਆ ਇਹਨਾਂ ਨੂੰ ਫੜਨ ਦੇ ਲਈ। ਪਰ ਇਸ ਦੌਰਾਨ ਹੁਣ ਤੁਸੀਂ ਦੇਖੋ ਲਗਭਗ 2 ਹਫ਼ਤੇ ਦਾ ਸਮਾਂ ਹੋ ਗਿਆ, ਹਜੇ ਵੀ ਜਿਹੜੇ ਅੰਮ੍ਰਿਤਪਾਲ ਸਿੰਘ ਆ ਉਹ ਨਾ ਤਾਂ ਪੰਜਾਬ ਪੁਲਿਸ ਦੇ ਤੇ ਨਾ ਹੀ ਕਿਸੇ ਹੋਰ ਜਾਂਚ ਏਜੰਸੀ ਦੀ ਗ੍ਰਿਫਤ ਦੇ ਵਿੱਚ ਆਏ ਨੇ। ਦੂਸਰਾ ਮੈਸੇਜ ਆ ਜਾਂਦਾ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਆ, ਇਹ ਲਗਭਗ ਜਿਹੜਾ ਹੁਣ ਵੀਡੀਓ ਮੈਸੇਜ ਆਇਆ ਇਹ 2.5 ਮਿੰਟ ਦਾ ਵੀਡੀਓ ਹੈ ਜੀ। ਔਰ ਵਾਸੂ ਜੀ, ਇਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਕਿਹਾ ਕਿ ਜਿਹੜਾ ਮੇਰਾ ਪਹਿਲਾ ਮੈਸੇਜ ਆ ਉਹ ਬਿਲਕੁਲ ਪੁਖਤਾ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਟੈਂਪਰਿੰਗ ਨਹੀਂ ਹੈ ਜਾਂ ਉਹ ਫੇਕ ਨਹੀਂ ਹੈ, ਨਕਲੀ ਨਹੀਂ ਹੈ। ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਮੇਰੀ ਸਿਹਤ ਉਹ 'ਚ ਥੋੜੀ ਖਰਾਬ ਜ਼ਰੂਰ ਲੱਗ ਰਹੀ ਆ ਕਿਉਂਕਿ ਮੈਂ ਜੋ ਕਮਜ਼ੋਰ ਲੱਗ ਰਿਹਾ ਉਹ ਥੋੜਾ ਮੇਰੀ ਸਿਹਤ ਠੀਕ ਨਹੀਂ ਹੈ। ਜਿਹੜੀ ਹੁਣ ਇੰਪੋਰਟੈਂਟ ਗੱਲਾਂ ਇਹਦੇ ਵਿੱਚ ਕਹੀਆਂ ਗਈਆਂ, ਇੱਕ ਗੱਲ ਤਾਂ ਉਹ ਇਹ ਕਹਿੰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਦੁਬਾਰਾ ਉਹ ਸਰਬੱਤ ਖਾਲਸਾ ਦੀ ਗੱਲ ਕਰ ਰਹੇ ਨੇ। ਫੇਰ ਕਹਿੰਦੇ ਨੇ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਤੁਸੀਂ ਸਰਬੱਤ ਖਾਲਸਾ ਉਸ ਦਾ ਇੱਕ ਇਕੱਠ ਕਰੋ। ਇੱਕ ਗੱਲ ਹੋਰ ਕਹਿੰਦੇ ਨੇ, ਉਹ ਕਹਿੰਦੇ ਨੇ ਵਾਸੂ ਜੀ ਕਿ ਤੁਸੀਂ ਇੱਕ ਯਾਤਰਾ, ਇੱਕ ਵਹੀਰ ਕੱਢੋ ਜਿਹੜੀ ਤੁਸੀਂ ਦਰਬਾਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਤੁਸੀਂ ਜਾਓ ਤਾਂ ਕਿ ਲੋਕਾਂ ਨੂੰ ਸਿੱਖੀ ਦਾ ਜਾਂ ਸਿੱਖ ਭਾਈਚਾਰੇ ਨੂੰ ਇੱਕ ਸੰਦੇਸ਼ ਦਿਓ। ਤੀਸਰੀ ਗੱਲ ਜਿਹੜੀ ਉਹ ਕਹਿੰਦੇ ਨੇ ਵਾਸੂ ਜੀ ਉਹ ਬੜੀ ਹੀ ਖਾਸ ਆ, ਉਹ ਕਹਿੰਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਬੋਧਨ ਕਰ ਰਹੇ ਨੇ। ਕਹਿੰਦੇ ਤੁਹਾਡੇ ਲਈ ਇੱਕ ਬੜਾ ਵੱਡਾ ਮੌਕਾ, ਕਿਉਂਕਿ ਤੁਹਾਡੇ ਤੇ ਪਰਿਵਾਰਵਾਦ ਦਾ ਇੱਕ ਤਰ੍ਹਾਂ ਦਾ ਦੋਸ਼ ਲੱਗਦਾ। ਪਰਿਵਾਰਵਾਦ ਦੀ ਜੇ ਆਪਾਂ ਗੱਲ ਕਰੀਏ, ਕਿਉਂਕਿ ਆਮ ਤੌਰ ਤੇ ਅਮੂਮਨ ਕਿਹਾ ਜਾਂਦਾ ਕਿ ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ, ਉਹ ਅਕਸਰ ਜਿਹੜੇ ਬਾਦਲ ਪਰਿਵਾਰ ਚਾਹੁੰਦੇ ਨੇ ਉਹੀ ਲੋਕ ਜਿਹੜੇ ਆ ਉੱਥੇ ਇਹਨਾਂ ਅਹੁਦਿਆਂ ਤੇ ਵਿਰਾਜਮਾਨ ਹੁੰਦੇ ਨੇ। ਸੋ ਉਹ ਕਹਿੰਦੇ ਕਿ ਤੁਹਾਡੇ ਲਈ ਮੌਕਾ ਕਿ ਇਹਨਾਂ ਦੋਸ਼ਾਂ ਤੋਂ ਤੁਸੀਂ ਮੁਕਤ ਹੋ ਜਾਓ। ਇੱਕ ਗੱਲ ਹੋਰ ਕਹਿੰਦੇ ਨੇ, ਉਹ ਕਹਿੰਦੇ ਨਾ ਤਾਂ ਮੈਨੂੰ ਸਰਕਾਰ ਦਾ ਡਰ ਆ, ਨਾ ਮੈਨੂੰ ਪੁਲਿਸ ਦਾ ਡਰ ਆ ਤੇ ਨਾ ਹੀ ਮੈਨੂੰ ਕਿਸੇ ਤਰ੍ਹਾਂ ਦੇ ਤਸ਼ੱਦਦ ਦਾ ਡਰ। ਇਹ ਸਾਰੀਆਂ ਗੱਲਾਂ ਉਹ ਕਰ ਰਹੇ ਨੇ ਔਰ ਨਾਲ ਦੀ ਨਾਲ ਤੁਸੀਂ ਦੇਖੋ ਕਈ ਗੱਲਾਂ ਉਹਨਾਂ ਦੀਆਂ ਕੰਟਰਾਡਿਕਟਰੀ ਵੀ ਆ, ਆਪਸ ਦੇ ਵਿੱਚ ਉਹਨਾਂ ਦੇ ਵਿੱਚ ਵਿਰੋਧਾਭਾਸ ਆ। ਉਹ ਇਸ ਗੱਲ ਦਾ ਵਾਸੂ ਜੀ ਹੈ ਕਿ ਜਦੋਂ ਉਹ ਕਹਿੰਦੇ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ, ਪਰ ਨਾਲ ਦੀ ਨਾਲ ਉਹ ਲਗਾਤਾਰ 18 ਮਾਰਚ ਤੋਂ ਬਾਅਦ ਭੱਜੇ ਹੋਏ ਨੇ, ਇਹ ਵੀ ਗੱਲ ਸਾਨੂੰ ਪਤਾ। ਤੀਸਰੀ ਗੱਲ ਜਿਹੜੀ ਇੱਕ ਹੋਰ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਬਹੁਤ ਨੇੜਲੇ ਸਾਥੀ ਤਕਰੀਬਨ ਸਾਰੇ ਫੜੇ ਗਏ ਨੇ, ਜਿਸ ਤਰ੍ਹਾਂ ਕਿ ਵਰਿੰਦਰ ਸਿੰਘ ਜੌਲ, ਫੌਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਿਉਂਕਿ ਇਹ ਐਕਸ ਸਰਵਿਸਮੈਨ ਨੇ। ਇਹਨਾਂ ਦਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਲਾਇਸੈਂਸ ਤਾਂ ਕੈਂਸਲ ਹੋ ਹੀ ਗਿਆ। ਉੱਥੋਂ ਦੇ ਐਸਐਸਪੀ ਨੇ ਜਿਨ੍ਹਾਂ ਦਾ ਨਾਮ ਹੈ ਖਲੀਲ ਪਾਸੋਵਾਲ, ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਹੋਊਗੀ ਕਿ ਸਨ 2014 ਦੇ ਵਿੱਚ ਇਹਨਾਂ ਨੂੰ ਲਾਇਸੈਂਸ ਕਿਸ ਤਰ੍ਹਾਂ ਜਾਰੀ ਕਰ ਦਿੱਤਾ ਗਿਆ। ਸੋ ਇੱਕ ਪਾਸੇ ਤਾਂ ਸਾਰੇ ਤੁਹਾਡੇ ਜਿਹੜੇ ਨੇੜਲੇ ਨੇ ਜਾਂ ਸਮਰਥਕ ਨੇ ਉਹ ਅਰੈਸਟ ਹੋ ਰਹੇ ਨੇ, ਪਰ ਤੁਸੀਂ ਅਰੈਸਟ ਐਵੇਡ ਕਰ ਰਹੇ। ਦੂਸਰੀ ਗੱਲ ਇੱਥੇ ਮੈਂ ਕਹਿਣਾ ਚਾਹੁੰਦਾ ਵਾਸੂ ਜੀ, ਕਿਉਂਕਿ ਥੋੜੀ ਜਿਹੀ ਗੱਲ ਹੋ ਜਾਣੀ ਹੈ ਇੰਪੋਰਟੈਂਟ ਆ, ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਸ ਤੇ ਇੱਕ ਬਿਆਨ ਦਿੱਤਾ। ਉਹ ਕਹਿੰਦੇ ਇਹ ਸਾਰਾ ਕੁਝ ਦੇਖੋ ਜੀ ਸਿੱਖਾਂ ਨੂੰ ਬਦਨਾਮ ਕਰਨ ਲਈ ਜਾਂ ਸਿੱਖ ਭਾਈਚਾਰੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਨਾਂ ਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ। ਵਾਸੂ ਜੀ, ਤੁਸੀਂ ਯਾਦ ਕਰੋ ਕਿ ਕਿਸਾਨੀ ਅੰਦੋਲਨ ਵੇਲੇ ਵੀ ਇਹ ਸਾਰੇ ਇਲਜ਼ਾਮ ਲੱਗੇ ਸੀ, ਪਰ ਕਿਸਾਨਾਂ ਦਾ ਅੰਦੋਲਨ ਨਿਰੋਲ ਅੰਦੋਲਨ ਸੀ। ਉਦੋਂ ਵੀ ਕੁਝ ਧਾਰਮਿਕ ਜਥੇਬੰਦੀਆਂ ਨੇ ਮੇਨ ਸਟੇਜ ਜਿਹੜੀ ਲੱਗੀ ਸੀ ਸਿੰਭੂ ਬਾਰਡਰ ਤੇ, ਉੱਥੇ ਜਾ ਕੇ ਆਪਣੀ ਸਟੇਜ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਕਿਸਾਨ ਜਥੇਬੰਦੀਆਂ ਨੇ ਕਹਿਤਾ ਸੀ ਕਿ ਅਸੀਂ ਧਾਰਮਿਕ ਕਿਸੇ ਵੀ ਜਥੇਬੰਦੀ ਨੂੰ ਨੇੜੇ ਨਹੀਂ ਆਉਣ ਦਿੱਤਾ, ਇਸ ਕਰਕੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਨਹੀਂ ਸੀ। ਅਖੀਰਲੀ ਗੱਲ ਮੈਂ ਕਹਿ ਕੇ ਇਸ ਟੌਪਿਕ ਉੱਤੇ ਗੱਲ ਖਤਮ ਕਰੂੰਗਾ, ਉਹ ਇਹ ਹੈ ਕਿ ਕਿਤੇ ਨਾ ਕਿਤੇ ਇਹ ਸਾਰੀ ਖੇਡ ਤੁਸੀਂ ਦੇਖੋ, ਪੰਜਾਬ ਪੁਲਿਸ ਹੋਵੇ, ਕੇਂਦਰ ਦੀਆਂ ਜਾਂਚ ਏਜੰਸੀਆਂ ਹੋਣ, ਲਗਾਤਾਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਫੜੇ ਜਾਂਦੇ ਹੋਣ, ਗੱਡੀਆਂ ਫੜੀਆਂ ਜਾਂਦੀਆਂ ਹੋਣ, ਪਰ ਉਹ ਆਪ ਕਾਬੂ ਨਾ ਆ ਰਹੇ ਹੋਣ। ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਇਹਨਾਂ ਦੇ ਪਿੱਛੇ ਕਿਸੇ ਵੱਡੇ ਵਿਅਕਤੀ ਦਾ, ਕੋਈ ਜਾਂਚ ਏਜੰਸੀ ਦਾ, ਕੋਈ ਕੇਂਦਰੀ ਏਜੰਸੀ ਦਾ ਤਾਂ ਨਹੀਂ ਹੱਥ। ਇਹ ਗੱਲਾਂ ਵੀ ਸਵਾਲ ਪੈਦਾ ਹੁੰਦੇ ਨੇ ਕਿ ਇੰਨੀ ਖੁੱਲੀ ਤਰ੍ਹਾਂ ਵੀਡੀਓ ਮੈਸੇਜ ਵੀ ਦੇ ਦਿਓ, ਭੱਜ ਵੀ ਲਓ ਔਰ ਉਸ ਤੋਂ ਬਾਅਦ ਤੁਹਾਡਾ ਕੁਝ ਨਾ ਹੋਵੇ। ਕਿੰਨਾ ਲੋਕਾਂ ਨੇ ਇਹਨਾਂ ਨੂੰ ਖੜਾ ਕੀਤਾ, ਕਿਹੜੇ ਲੋਕ ਇੱਥੇ ਡਿਸਟਰਬੈਂਸ ਪੈਦਾ ਕਰਨਾ ਚਾਹੁੰਦੇ ਆ, ਇਹ ਸਾਰੇ ਸਵਾਲ ਵੀ ਖੜੇ ਹੁੰਦੇ ਆ। ਜੀ ਵਾਸੂ ਜੀ। ਮਨਪ੍ਰੀਤ ਜੀ, ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਇਹ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਵੀ ਹਿਰਾਸਤ ਵਿੱਚ ਲਿਆ ਜਾਂਦਾ, ਜੇ ਹਿਰਾਸਤ ਵਿੱਚ ਲਿਆ ਜਾਂਦਾ ਤਾਂ ਉਹਨਾਂ ਉੱਤੇ ਤਸ਼ੱਦਦ ਨਹੀਂ ਹੋਏਗਾ।
ਬਿਲਕੁਲ ਦੇਖੋ ਵਾਸੂ ਜੀ, ਬੀਤੇ ਕੱਲ ਦੀ ਮੈਂ ਗੱਲ ਕਰ ਰਿਹਾ, ਵੀਰਵਾਰ ਵਾਲੇ ਦਿਨ ਦੀ। ਰਾਮਨੌਮੀ ਦਾ ਦਿਨ ਸੀ ਔਰ ਜਲੰਧਰ ਦੇ ਵਿੱਚ ਇੱਕ ਸਮਾਗਮ ਸੀ ਔਰ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੈ ਹੀ ਸੀ, ਨਾਲ ਦੀ ਨਾਲ ਵਿਰੋਧੀ ਧਿਰਾਂ ਦੇ ਵੀ ਕਈ ਲੀਡਰ ਸੀ, ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੀ, ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਸੀ, ਸੋਮ ਪ੍ਰਕਾਸ਼ ਜਿਹੜੇ ਯੂਨੀਅਨ ਮਿਨਿਸਟਰ ਨੇ ਯੂਨੀਅਨ ਗਵਰਨਮੈਂਟ ਦੇ, ਉਹ ਵੀ ਉੱਥੇ ਮੌਜੂਦ ਸੀ, ਭਾਰਤੀ ਜਨਤਾ ਪਾਰਟੀ ਦੇ ਸਾਰੇ, ਹੋਰ ਵੀ ਬਹੁਤ ਸਾਰੇ ਤਮਾਮ ਲੀਡਰ ਸੀ। ਇਸੇ ਦੌਰਾਨ ਜਦੋਂ ਇੱਕ ਇੰਟਰੈਕਸ਼ਨ ਹੁੰਦੀ ਹੈ, ਗੱਲਬਾਤ ਹੁੰਦੀ ਹੈ ਮੀਡੀਆ ਦੇ ਨਾਲ, ਤੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਜੇ ਅੰਮ੍ਰਿਤਪਾਲ ਸਿੰਘ ਸਰੈਂਡਰ ਕਰਦੇ ਨੇ, ਆਤਮ ਸਮਰਪਣ ਕਰਦੇ ਨੇ, ਤੇ ਕਿਸ ਤਰ੍ਹਾਂ ਤੁਸੀਂ ਤਿਆਰ ਹੋ ਜਾਂ ਕੀ ਤਿਆਰੀ ਆ। ਉਸ ਦੇ ਸਵਾਲ ਦੇ ਜਵਾਬ ਦੇ ਵਿੱਚ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਜੇ ਅਸੀਂ ਫੜ ਲੈਂਦੇ ਆ, ਚਾਹੇ ਉਹ ਆਤਮ ਸਮਰਪਣ ਕਰਨ ਤੇ ਚਾਹੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰੇ, ਅੰਮ੍ਰਿਤਪਾਲ ਸਿੰਘ ਨੂੰ, ਉਹਨਾਂ ਤੇ ਕਿਸੇ ਤਰ੍ਹਾਂ ਦਾ ਪੁਲਿਸ ਵੱਲੋਂ ਤਸ਼ੱਦਦ ਨਹੀਂ ਕੀਤਾ ਜਾਵੇਗਾ। ਵੈਸੇ ਤਾਂ ਵਾਸੂ ਜੀ, ਕਿਸੇ ਵੀ ਆਮ ਵਿਅਕਤੀ ਤੇ, ਚਾਹੇ ਆਮ ਹੋਵੇ ਖਾਸ ਹੋਵੇ, ਕਿਸੇ ਵੀ ਨਾਗਰਿਕ ਤੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਨਹੀਂ ਹੋਣਾ ਚਾਹੀਦਾ। ਇਹ ਤਾਂ ਗੱਲ ਸਾਰਿਆਂ ਲਈ ਹੈ, ਪਰ ਖਾਸ ਤੌਰ ਤੇ ਇਹ ਉਚੇਚਾ ਗੱਲ ਕਰਨੀ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦਾ ਕਿ ਕਿਸੇ ਤਰ੍ਹਾਂ ਦੇ ਸਕ੍ਰਿਪਟ ਆਲਰੇਡੀ ਰਚ ਲਈ ਗਈ ਹੈ, ਕਿ ਇਹ ਸਾਰੀਆਂ ਚੀਜ਼ਾਂ ਦੀ ਤਿਆਰੀ ਕਰ ਲਈ ਗਈ ਹੈ। ਕਹਿੰਦੇ ਕਿ ਸਾਡੀ ਪੁਲਿਸ ਵੀ ਤਿਆਰ ਆ। ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੀ ਉੱਥੇ ਮੌਜੂਦ ਹੁੰਦੇ ਆ, ਉਹ ਇਹ ਕਹਿੰਦੇ ਆ ਕਿ ਸਰਕਾਰ ਦੀ ਨਾਕਾਮੀ ਆ, 2 ਹਫ਼ਤੇ ਲਗਾਤਾਰ ਹੋ ਗਏ। ਕਦੇ ਕਹਿੰਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਅਸੀਂ ਤਾਂ ਬਿਲਕੁਲ ਫੜਨ ਦੇ ਬਿਲਕੁਲ ਨੇੜੇ ਆ, ਪੰਜਾਬ ਦੇ ਐਡਵੋਕੇਟ ਜਨਰਲ, ਪਰ ਇਸ ਤਰ੍ਹਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਦੂਸਰੇ ਪਾਸੇ ਵਿਰੋਧੀ ਧਿਰਾਂ ਦਾ ਇਹ ਵੀ ਇਲਜ਼ਾਮ ਲੱਗ ਰਿਹਾ ਕਿ ਕੀ ਇਹੋ ਜਿਹਾ ਕੌਣ ਵਿਅਕਤੀ ਹੈ, ਇਹੋ ਜਿਹੀ ਕਿਹੜੀ ਏਜੰਸੀ ਆ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਸਪੋਰਟ ਅੰਮ੍ਰਿਤਪਾਲ ਸਿੰਘ ਨੂੰ, ਜਿਸ ਕਰਕੇ ਉਹ ਭੱਜ ਵੀ ਪਾ ਰਹੇ ਨੇ, ਉਹਨਾਂ ਦੀਆਂ ਗੱਡੀਆਂ ਫੜੀਆਂ ਜਾਂਦੀਆਂ, ਉਹਨਾਂ ਦੇ ਬੰਦੇ ਫੜੇ ਜਾਂਦੇ ਆ, ਲੇਕਿਨ ਉਹ ਆਪ ਨਹੀਂ ਫੜੇ ਜਾਂਦੇ। ਇਹ ਸਾਰੇ ਸਵਾਲ ਵੀ ਖੜੇ ਹੁੰਦੇ ਆ। ਇੱਕ ਹੋਰ ਸਵਾਲ ਪੈਦਾ ਹੁੰਦਾ, ਜਿਸ ਤਰ੍ਹਾਂ ਦੀ ਭਾਸ਼ਾ ਉਹ ਇਸਤੇਮਾਲ ਕਰ ਰਹੇ ਆ, ਜਿਸ ਤਰ੍ਹਾਂ ਉਹ ਕਹਿ ਰਹੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਤੁਸੀਂ ਇਸ ਤਰ੍ਹਾਂ ਕਰੋ, ਤੁਹਾਡੇ ਤੇ ਪਰਿਵਾਰਵਾਦ ਆ, ਕਿ ਉਹਨਾਂ ਦੇ ਜ਼ਰੀਏ ਕੋਈ ਵਿਅਕਤੀ ਅੰਮ੍ਰਿਤਪਾਲ ਸਿੰਘ ਨੂੰ ਡਿਕਟੇਟ ਕਰ ਰਿਹਾ, ਕੋਈ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਗੱਲ ਤੁਸੀਂ ਕਹੋ। ਸੋ ਇਹ ਸਾਰੇ ਸਵਾਲ ਪੈਦਾ ਹੁੰਦੇ ਨੇ। ਦੇਖਦੇ ਆ, ਸਵਾਲ ਅੱਜ ਵੀ ਉਹੀ ਬਰਕਰਾਰ ਆ ਕਿ ਹੁਣ ਅੰਮ੍ਰਿਤਪਾਲ ਸਿੰਘ ਕਿੱਥੇ ਆ ਤੇ ਕਦੋਂ ਆਤਮ ਸਮਰਪਣ ਜਾਂ ਕਦੋਂ ਉਹਦੀ ਗ੍ਰਿਫਤਾਰੀ ਹੋਏਗੀ। ਜੀ ਵਾਸੂ ਜੀ। ਤੇ ਮੰਤਰੀ ਜੀ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਿਹੜੇ ਹੁਣ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ, ਹੁਣ ਉਹ ਨੇ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ ਤੇ। ਬਿਲਕੁਲ, ਇਹ ਬੜੀ ਦਿਲਚਸਪ ਗੱਲ ਆ, ਇੰਟਰਸਟਿੰਗ ਇਸ ਕਰਕੇ ਬਣਦੀ ਆ ਕਿ ਇਹਨਾਂ ਦੇ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਸੀ ਉਹ ਸਰੂਪ ਚੰਦ ਸਿੰਗਲਾ ਨੇ ਕੀਤੀ ਸੀ, ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ। ਤੇ ਇਸੇ ਤਰ੍ਹਾਂ ਯਾਦ ਕਰੋ, ਮਨਪ੍ਰੀਤ ਸਿੰਘ ਬਾਦਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ। ਤੇ ਜਦੋਂ ਸੰਨ 2022 ਦੀ ਚੋਣ ਹੁੰਦੀ ਆ, ਅਸੈਂਬਲੀ ਚੋਣਾਂ ਹੁੰਦੀਆਂ ਨੇ ਪਿਛਲੇ ਸਾਲ, ਉਦੋਂ ਸਰੂਪ ਚੰਦ ਸਿੰਗਲਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀ ਬਠਿੰਡਾ ਅਰਬਨ ਸੀਟ ਤੋਂ, ਤੇ ਇਧਰੋਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਸੀ। ਦੋਨੇ ਆਪਸ ਦੇ ਵਿੱਚ ਲੜ ਰਹੇ ਸੀ, ਪਰ ਸਰੂਪ ਚੰਦ ਸਿੰਗਲਾ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਬਾਦਲ ਦੀ ਮਦਦ ਕਰ ਰਹੀ ਹੈ। ਇਸ ਕਰਕੇ ਉਹਨਾਂ ਦਾ ਬਿਆਨ ਵੀ ਆਇਆ ਸੀ, ਕਹਿੰਦੇ ਕੈਂਡੀਡੇਟ ਮੈਂ ਆ ਤੁਹਾਡਾ ਕਿ ਮਨਪ੍ਰੀਤ ਬਾਦਲ। ਉਸ ਤੋਂ ਬਾਅਦ ਇੱਕ ਬਠਿੰਡਾ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕਰਦੇ ਨੇ ਮਨਪ੍ਰੀਤ ਬਾਦਲ ਦੇ ਖਿਲਾਫ। ਔਰ ਮਨਪ੍ਰੀਤ ਬਾਦਲ ਦੇ ਖਿਲਾਫ ਸ਼ਿਕਾਇਤ ਜਿਹੜੀ ਹੁੰਦੀ ਹੈ ਉਹ ਇਹ ਕਹਿੰਦੀ ਹੈ ਕਿ ਇਹਨਾਂ ਨੇ ਢੋਆ ਢੁਆਈ ਜਾਂ ਟਰਾਂਸਪੋਰਟੇਸ਼ਨ ਜਦੋਂ ਅਨਾਜ ਦੀ ਹੋਈ ਆ, ਅਨਾਜ ਦੀ ਮੰਡੀਆਂ ਦੇ ਵਿੱਚ, ਉਦੋਂ ਕਰੋਨਾ ਦਾ ਘਪਲਾ ਕੀਤਾ ਗਿਆ। ਸਰੂਪ ਚੰਦ ਸਿੰਗਲਾ ਬੀਜੇਪੀ ਜੁਆਇਨ ਕਰ ਲੈਂਦੇ ਨੇ ਤੇ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਵੀ ਬੀਜੇਪੀ 'ਚ ਆ ਜਾਂਦੇ ਨੇ, ਪਰ ਮੁਸ਼ਕਲਾਂ ਹਜੇ ਹੋਈਆਂ ਨਹੀਂ ਖਤਮ। ਹੁਣ ਤੁਸੀਂ ਦੇਖੋ ਕਿ ਇਹ ਵੀ ਕਿਹਾ ਜਾ ਰਿਹਾ ਇਸ ਕੰਪਲੇਂਟ ਦੇ ਵਿੱਚ ਕਿ ਇਹਨਾਂ ਦਾ ਡਰਾਈਵਰ ਤੇ ਇਹਨਾਂ ਦਾ ਗਨਮੈਨ, ਮਨਪ੍ਰੀਤ ਸਿੰਘ ਬਾਦਲ ਦੀ ਮੈਂ ਗੱਲ ਕਰ ਰਿਹਾ, ਉਹਨਾਂ ਨੂੰ ਬੁਲਾਇਆ ਵੀ ਗਿਆ ਸੀ, ਉਹ ਵੀ ਸ਼ਾਮਲ ਆ ਇਸ ਸਾਰੇ ਘਪਲੇ ਦੇ ਵਿੱਚ। ਕਥਿਤ ਘਪਲੇ ਦੀ ਆਪਾਂ ਗੱਲ ਕਰਾਂਗੇ ਔਰ ਇਹਨਾਂ ਦੀ ਜਿਹੜੀ ਜਾਂਚ ਆ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਉਹ ਹੋਰ ਤੇਜ਼ ਹੋ ਗਈ ਆ। ਪਹਿਲਾਂ ਇੱਕ ਡੀਐਸਪੀ ਕੁਲਵੰਤ ਸਿੰਘ ਨੂੰ ਲਾਇਆ ਸੀ, ਉਹਨੂੰ ਹਟਾ ਦਿੱਤਾ ਗਿਆ, ਉਹਨਾਂ ਦੀ ਜਗ੍ਹਾ ਤੇ ਡੀਐਸਪੀ ਸੰਦੀਪ ਸਿੰਘ ਨੂੰ ਲੈ ਕੇ ਆਂਦਾ। ਉਹ ਜਾਂਚ ਕਰ ਰਹੇ ਨੇ, ਪਰ ਇਹ ਜਾਂਚ ਕਿਹੜੇ ਪਾਸੇ ਨੂੰ ਜਾਂਦੀ ਆ, ਕਿ ਮਨਪ੍ਰੀਤ ਸਿੰਘ ਬਾਦਲ ਕੋਈ ਸਫਾਈ ਦੇ ਪਾਉਂਦੇ ਨੇ, ਇਹ ਸਮਾਂ ਦੱਸੂਗਾ। ਲੇਕਿਨ ਹਾਂ, ਇੰਟੈਂਸੀਫਾਈ ਜ਼ਰੂਰ ਕਰ ਦਿੱਤੀ ਗਈ ਹੈ, ਤੇਜ਼ੀ ਜ਼ਰੂਰ ਲੈ ਕੇ ਆਉਂਦੀ ਹੈ। ਜੀ ਵਾਸੂ ਜੀ। ਤੇ ਸਾਧੂ ਸਿੰਘ ਧਰਮਸੋਤ ਦੇ ਬੇਟੇ ਹਰਪ੍ਰੀਤ ਸਿੰਘ ਦੇ ਖਿਲਾਫ ਵੀ ਵਿਜੀਲੈਂਸ ਵਾਲੇ ਜਾਂਚ ਕਰ ਰਹੇ ਨੇ ਜੀ। ਬਿਲਕੁਲ, ਤੁਸੀਂ ਦੇਖੋ ਸਾਧੂ ਸਿੰਘ ਧਰਮਸੋਤ ਨੂੰ, ਜਿਹੜੇ ਸਾਬਕਾ ਜੰਗਲਾਤ ਮਹਿਕਮੇ ਦੇ ਫਾਰੈਸਟ ਮਿਨਿਸਟਰ ਸੀ ਪੰਜਾਬ ਦੇ, ਫੜਿਆ ਗਿਆ ਸੀ, ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ। ਫੇਰ ਦੁਬਾਰਾ ਉਹਨਾਂ ਨੂੰ ਫੜ ਕੇ ਲੈ ਕੇ ਆਂਦਾ ਗਿਆ ਕਿ ਮੈਰਿਜ ਦੇ ਵਿੱਚ ਬੈਠੇ ਸੀ, ਗੱਲਾਂ ਬਾਤਾਂ ਕਰ ਰਹੇ ਸੀ। ਇਨਫੈਕਟ ਮੇਰੀ ਕੁਝ ਅਧਿਕਾਰੀਆਂ ਨਾਲ ਗੱਲ ਹੋਈ, ਉਹਨਾਂ ਨੇ ਸਾਰਾ ਬਿਊਰੋ ਦਿੱਤਾ। ਉਹ ਕਹਿੰਦੇ ਜਾ ਕੇ ਕੋਲੇ ਪਹੁੰਚ ਕੇ ਕਹਿੰਦੇ ਚਲੋ ਜੀ ਚੱਲੀਏ। ਇੱਕ ਹੀ ਇਕੱਲਾ ਡੀਐਸਪੀ ਜਾ ਕੇ ਇਹਨਾਂ ਨੂੰ ਲੈ ਆਇਆ ਸੀ। ਅੱਜ ਕੱਲ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਆ। ਹੁਣ ਉਹਨਾਂ ਕੱਲਿਆਂ ਦੀ ਨਹੀਂ, ਉਹਨਾਂ ਦੇ ਮੁੰਡੇ ਜਿਨ੍ਹਾਂ ਦਾ ਨਾਂ ਹਰਪ੍ਰੀਤ ਸਿੰਘ ਆ, ਉਹਨਾਂ ਦੀਆਂ ਮੁਸ਼ਕਲਾਂ ਇਸ ਕਰਕੇ ਵੱਧ ਗਈਆਂ ਕਿ ਸੰਨ 2018 ਦੇ ਵਿੱਚ ਇੱਕ ਪਲਾਟ ਸੀ
ਜਿਹਦੀ ਕੀਮਤ 60 ਲੱਖ ਸੀ। ਦੋ ਵਿਅਕਤੀਆਂ ਨੇ 60 ਲੱਖ ਦਾ ਖਰੀਦਿਆ ਤੇ ਇਹਨਾਂ ਦੇ ਮੁੰਡੇ ਨੂੰ ਕਥਿਤ ਤੌਰ ਤੇ ਹਰਪ੍ਰੀਤ ਸਿੰਘ ਨੂੰ 25 ਲੱਖ ਚ ਵੇਚਤਾ। ਇਹ ਸਾਰਾ ਜਿਹੜਾ 35 ਲੱਖ ਦਾ ਇੱਕ ਫਾਇਦਾ ਪਹੁੰਚਾਇਆ ਗਿਆ, ਇਹ ਵਿਜੀਲੈਂਸ ਬਿਊਰੋ ਦਾ ਕਹਿਣਾ। ਵਿਜੀਲੈਂਸ ਬਿਊਰੋ ਨੇ ਇਸ ਲਈ ਰਾਜੇਸ਼ ਚੋਪੜਾ ਤੇ ਇਸੇ ਤਰ੍ਹਾਂ ਰਾਜਕੁਮਾਰ ਨਾਗਪਾਲ, ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੂੰ ਹੁਣ ਪੁਲਿਸ ਰਿਮਾਂਡ ਲੈ ਲਿਆ ਗਿਆ। ਹੋਰ ਵੀ ਗ੍ਰਿਫਤਾਰੀਆਂ ਸੰਭਵ ਹੋ ਸਕਦੀਆਂ ਨੇ, ਪਰ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮੁੰਡਾ ਹਰਪ੍ਰੀਤ ਸਿੰਘ ਉਹ ਵੀ ਕਥਿਤ ਤੌਰ ਤੇ ਕੁਝ ਘਪਲਿਆਂ ਦੇ ਵਿੱਚ ਸ਼ਾਮਿਲ ਆ। ਇਹ ਪਹਿਲਾ ਘਪਲਾ ਉਹਨਾਂ ਦਾ ਸਾਹਮਣੇ ਆਇਆ ਜੋ ਵਿਜੀਲੈਂਸ ਬਿਊਰੋ ਕਹਿ ਰਹੀ ਹੈ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕ੍ਰੌਪ ਡਾਈਵਰਸਿਫਿਕੇਸ਼ਨ ਵਾਸਤੇ ਪੰਜਾਬ ਸਰਕਾਰ ਨੇ ਇੱਕ ਹਾਈ ਲੈਵਲ ਪਲਾਨ ਤਿਆਰ ਕੀਤਾ ਜੀ। ਦੇਖੋ ਵਾਸੂ ਜੀ, ਤੁਹਾਨੂੰ ਵੀ ਪਤਾ, ਇਹ ਮੈਨੂੰ ਯਾਦ ਆ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਤੇ ਹੁਣ ਚਾਹੇ ਭਗਵੰਤ ਮਾਨ ਹੋਣ, ਹਰ ਕੋਈ ਮੁੱਖ ਮੰਤਰੀ ਜਾਂ ਹਰ ਸਰਕਾਰ, ਸੂਬਾ ਸਰਕਾਰ ਇਹ ਗੱਲ ਕਰਦੀ ਆ ਕਿ ਅਸੀਂ ਕ੍ਰੌਪ ਡਾਈਵਰਸਿਫਿਕੇਸ਼ਨ ਕਰਨੀ ਹੈ। ਇਹ ਗੱਲ ਇਹ ਵੀ ਕਰ ਰਹੇ ਆ, ਪਰ ਕਿਸਾਨਾਂ ਨੂੰ ਮੰਡੀਆਂ ਨਹੀਂ ਮਿਲਦੀਆਂ। ਦਰਅਸਲ ਜਦੋਂ ਖਾਸ ਤੌਰ ਤੇ ਜਿਹੜਾ ਛੋਟਾ ਕਿਸਾਨ ਆ, ਜਿਹਦੇ ਕੋਲ 2 ਏਕੜ ਦੀ, 3 ਏਕੜ ਦੀ, 5 ਏਕੜ ਦੀ ਜਿਹੜੀ ਸਿੰਚਾਈ ਆ ਕਹਿ ਲਓ ਜਾਂ ਐਗਰੀਕਲਚਰ ਲੈਂਡ ਆ, ਉਹਨੂੰ ਉਹ ਮੰਡੀਆਂ ਕਿੱਥੋਂ ਲੱਭੂਗਾ। ਹੁਣ ਤੁਸੀਂ ਇੱਕ ਇਹਦੇ ਚ ਚੀਜ਼ ਦੇਖੋ ਕਿ ਇਹਨਾਂ ਨੇ ਕਹਿ ਤਾਂ ਦਿੱਤਾ ਕਿ ਸਾਡੀ ਹਾਈ ਲੈਵਲ ਦੀ ਕਮੇਟੀ ਬਣੂਗੀ। ਮੂੰਗੀ ਬੀਜਣ ਲਈ ਕਿਹਾ ਸੀ ਭਗਵੰਤ ਮਾਨ ਨੇ, ਔਰ ਉਹਨੂੰ ਖੂਬ ਉਤਸ਼ਾਹਿਤ ਕੀਤਾ ਸੀ ਕਿ ਤੁਸੀਂ ਮੂੰਗੀ ਬੀਜੋ ਔਰ ਅਸੀਂ ਤੁਹਾਡੀ ਮੂੰਗੀ 7275 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਾਂਗੇ। ਪਰ ਇਹਦੇ ਵਿੱਚ ਜਦੋਂ ਵਾਕਿਆ ਮੂੰਗੀ ਮੰਡੀ ਦੇ ਵਿੱਚ ਆਈ ਤਾਂ ਉਹਦੀ ਡਿਸਟ੍ਰੈਸ ਸੇਲ ਹੋਈ। ਡਿਸਟ੍ਰੈਸ ਸੇਲ ਮਤਲਬ ਆੜਤੀਆਂ ਨੇ ਜਾਂ ਉੱਥੋਂ ਦੇ ਲੋਕਾਂ ਨੇ ਜਾਂ ਵਪਾਰੀਆਂ ਨੇ ਉਹਨੂੰ ਉਸ ਰੇਟ ਤੇ ਲਿਆ ਨਹੀਂ। ਇੱਥੋਂ ਤੱਕ ਕਿ ਅਖਬਾਰ ਦੀਆਂ ਖਬਰਾਂ ਨੇ ਕਿਹਾ ਕਿ 80% ਕਿਸਾਨਾਂ ਨੂੰ ਆਪਣੀ ਮੂੰਗੀ ਘੱਟ ਰੇਟ ਤੇ ਬੀਜਣੀ ਪਈ। ਤੇ ਫਿਰ ਕਿਸਾਨ ਜਿਹੜੀ ਇਹ ਗੱਲ ਕਹਿ ਰਹੇ ਆ ਕਿ ਪੈੜੀ ਵੱਲ ਨਾ ਜਾਓ, ਝੋਨੇ ਵੱਲ ਨਾ ਜਾਓ, ਉਹਦੇ ਨਾਲ ਪਾਣੀ ਵੇਸਟ ਹੁੰਦਾ, ਫਿਰ ਉਹ ਕਿਉਂ ਨਾ ਜਾਣ। ਘੱਟੋ ਘੱਟ ਉਹਨਾਂ ਨੂੰ ਉੱਥੇ MSP ਤਾਂ ਇਨਸ਼ੋਰ ਹੁੰਦੀ ਹੈ, ਮਿਨੀਮਮ ਸਪੋਰਟ ਪ੍ਰਾਈਸ। ਸੋ ਇਹ ਸਾਰੀਆਂ ਗੱਲਾਂ ਨੂੰ ਵੀ ਸਰਕਾਰ ਨੂੰ ਧਿਆਨ ਦੇ ਵਿੱਚ ਦੇਖਣਾ ਪਊਗਾ, ਤਦੇ ਇਹ ਜਿਹੜੀ ਡਾਈਵਰਸਿਫਿਕੇਸ਼ਨ ਦੀ ਬਾਰ-ਬਾਰ ਗੱਲ ਕੀਤੀ ਜਾਂਦੀ ਹੈ ਉਹ ਕਿਸੇ ਤਰ੍ਹਾਂ ਕਾਮਯਾਬ ਹੋਏਗੀ। ਜੀ ਵਾਸੂ ਜੀ। ਮਨਪ੍ਰੀਤ ਜੀ, ਕਰਨਾਟਕ ਦੇ ਵਿੱਚ 10 ਮਈ ਨੂੰ ਇਲੈਕਸ਼ਨ ਹੋਣੇ ਨੇ, ਅਸੈਂਬਲੀ ਚੋਣਾਂ ਹੋਣਗੀਆਂ ਤੇ ਸਰਵੇਖਣ ਹੋਣੇ ਸ਼ੁਰੂ ਹੋ ਗਏ। ਇੱਕ ਸੀ ਵੋਟਰ ਤੇ ABP ਵੱਲੋਂ ਸਰਵੇਖਣ ਕੀਤਾ ਗਿਆ ਤੇ ਇਹਨਾਂ ਦਾ ਇਹ ਮੰਨਣਾ ਕਿ ਕਾਂਗਰਸ ਦੀ ਵੱਡੀ ਜਿੱਤ ਹੋ ਸਕਦੀ ਕਰਨਾਟਕ ਵਿੱਚ। ਬਿਲਕੁਲ, ਦੇਖੋ ਚੋਣਾਂ ਆਲਰੇਡੀ ਵਾਸੂ ਜੀ ਅਨਾਉਂਸ ਹੋ ਚੁੱਕੀਆਂ ਨੇ ਔਰ 10 ਮਈ ਨੂੰ ਚੋਣਾਂ ਹੋ ਜਾਣੀਆਂ ਨੇ। ਉਸ ਤੋਂ ਬਾਅਦ 13 ਮਈ ਨੂੰ ਇਹਦੇ ਰਿਜ਼ਲਟ ਆਉਣੇ ਆ। ਔਰ ਇਸ ਵਕਤ ਕਰਨਾਟਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਬੜੀ ਮੁਸ਼ਕਿਲ ਦੇ ਵਿੱਚ ਆ। ਹਾਲਤ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਆ। ਔਰ ਇਹ ਗੱਲ ਜਿਸ ਤਰ੍ਹਾਂ ਤੁਸੀਂ ਕਹੀ ਸੀ ਵੋਟਰ ਜਾਂ ABP ਆਨੰਦ ਬਾਜ਼ਾਰ ਪੱਤਰਿਕਾ ਦਾ, ਇਹਨਾਂ ਨੇ ਰਲ ਕੇ ਇਹ ਸਾਰਾ ਸਰਵੇ ਕੀਤਾ। ਇਹਦੇ ਵਿੱਚ ਇਹ ਕਹਿ ਰਹੇ ਨੇ ਕਿ BJP ਹੋ ਸਕਦਾ, ਕਿਉਂਕਿ 224 ਸੀਟਾਂ ਉੱਥੇ ਕੁੱਲ ਨੇ, 224 ਸੀਟਾਂ ਦੇ ਵਿੱਚੋਂ BJP ਨੂੰ ਕੇਵਲ 68 ਤੋਂ 80 ਸੀਟਾਂ ਮਿਲ ਸਕਦੀਆਂ ਨੇ, ਯਾਨੀ ਕਿ ਬਹੁਮਤ ਤੋਂ ਬਹੁਤ ਪਿੱਛੇ। ਕਾਂਗਰਸ ਨੂੰ ਇਹ ਪ੍ਰੈਡਿਕਸ਼ਨ ਕੀਤੀ ਜਾ ਰਹੀ ਹੈ ਇਸ ਸਰਵੇ ਦੇ ਵਿੱਚ ਕਿ 115 ਤੋਂ ਲੈ ਕੇ 127 ਸੀਟਾਂ ਮਿਲ ਸਕਦੀਆਂ ਨੇ, ਯਾਨੀ ਕਿ ਉਹਨਾਂ ਨੂੰ ਕਲੀਅਰ ਬਹੁਮਤ ਮਿਲ ਸਕਦਾ, ਮੈਜੋਰਿਟੀ ਮਿਲ ਸਕਦੀ ਹੈ। ਤੀਸਰੀ ਪਾਰਟੀ ਹੈ ਉੱਥੇ JDS, ਜਨਤਾ ਦਲ ਸੈਕੂਲਰ, ਜਿਹੜੀ ਕਿ HD ਦੇਵੇਗੌੜਾ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ, ਅੱਜ ਕੱਲ੍ਹ ਉਹਨਾਂ ਦੇ ਮੁੰਡੇ ਨੇ ਉਹ ਇਸ ਪਾਰਟੀ ਨੂੰ ਦੇਖਦੇ ਨੇ। ਇਸ ਪਾਰਟੀ ਦਾ ਕਾਂਗਰਸ ਦੇ ਨਾਲ ਗੱਠਜੋੜ ਆ ਔਰ ਇਸ ਪਾਰਟੀ ਨੂੰ ਵੀ 23 ਤੋਂ ਲੈ ਕੇ 35 ਸੀਟਾਂ ਮਿਲ ਸਕਦੀਆਂ ਨੇ। ਜਦੋਂ ਸਨ 2018 ਦੇ ਵਿੱਚ ਕਾਂਗਰਸ ਤੇ JDS ਜਨਤਾ ਦਲ ਸੈਕੂਲਰ ਨੇ ਇਕੱਠੇ ਰਲ ਕੇ ਸਰਕਾਰ ਬਣਾਈ ਸੀ, ਲੇਕਿਨ ਬਾਅਦ ਦੇ ਵਿੱਚ 14 ਮਹੀਨਿਆਂ ਬਾਅਦ ਇਹ ਸਰਕਾਰ ਤੋੜ ਦਿੱਤੀ ਗਈ ਸੀ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਥੇ ਬਣਦੀ ਆ। ਹੁਣ ਇਹ ਜਿਹੜਾ ਸਰਵੇ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ। ਇੱਕ ਚੀਜ਼ ਮੈਂ ਹੋਰ ਕਹਦਾ ਇੱਥੇ, ਤੁਸੀਂ ਦੇਖੋ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੀ ਉਹ ਸਟੇਟ ਹਾਰੀ ਸੀ, ਉੱਥੋਂ ਦੀ ਚੋਣ ਹਾਰੀ ਸੀ, ਤੇ JP ਨੱਡਾ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਬੜਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰ੍ਹਾਂ ਕਰਨਾਟਕ ਤੋਂ ਹੁਣ ਮਲਿਕਾ ਅਰਜੁਨ ਖੜਗੇ ਨੇ, ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਨੈਸ਼ਨਲ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਵੀ ਸਾਰੀ ਸਾਖ ਹੈ ਇਸ ਟਾਈਮ ਉਹ ਸਟੇਕ ਤੇ ਆ। ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਾਖ ਬਚਾਉਣੀ ਆ। ਤੇ ਇਸੇ ਤਰ੍ਹਾਂ ਰਾਹੁਲ ਗਾਂਧੀ ਜਿਹੜੇ 5 ਅਪ੍ਰੈਲ ਤੋਂ ਸਤਿਅਮੇਵ ਜਯਤੇ ਨਾਮ ਦੀ ਇਹ ਨਵੀਂ ਯਾਤਰਾ ਜਿਹੜੀ ਉੱਥੋਂ ਸ਼ੁਰੂ ਕਰ ਰਹੇ ਨੇ, ਉਹਨਾਂ ਨੂੰ ਵੀ ਸਾਖ ਬਚਾਉਣੀ ਆ। ਕੀ ਉਹਨਾਂ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਜੇਲ੍ਹ 'ਚ ਹੋਣਗੇ ਜਦੋਂ ਨਤੀਜੇ ਆਉਣਗੇ, ਇਹ ਵੀ ਦੇਖਣਾ ਪਊਗਾ। ਸੋ ਬਹੁਤ ਸਾਰੀਆਂ ਗੱਲਾਂ ਨੇ, ਲੇਕਿਨ ਜਿਹੜੇ ਇਹ ਸਰਵੇ ਆਇਆ, ਕਈ ਵਾਰੀ ਤਾਂ ਵੈਸੂ ਜੀ ਥੋੜਾ ਇਹ ਵੀ ਕਹਿਣਾ ਚਾਹੀਦਾ, we should take these kind of surveys with a pinch of salt। ਜਿਵੇਂ ਕਹਿੰਦੇ ਆ ਕਿ ਬਹੁਤ ਇਹਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਕਈ ਵਾਰੀ ਇਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਆਉਂਦੀਆਂ ਨੇ, ਪਰ ਉਹ ਕਹਿੰਦੇ ਨੇ ਜੇ ਅੱਜ ਵੋਟਾਂ ਹੋ ਜਾਣ ਤਾਂ। ਜੀ ਵਾਸੂ ਜੀ।
ਤੇ ਮਨਪ੍ਰੀਤ ਜੀ, ਭਾਰਤ ਦੇ ਵਿੱਚ IPL ਬਹੁਤ ਜਲਦ ਸ਼ੁਰੂ ਹੋਣ ਵਾਲਾ ਹੈ ਤੇ IPL ਦੀ ਸ਼ੁਰੂਆਤ ਕਰਨ ਵਾਲੇ ਲਲਿਤ ਮੋਦੀ ਜਿਹੜੇ ਭਾਰਤ ਤੋਂ ਭਗੌੜੇ ਹੋ ਕੇ ਹੁਣ UK ਵਿੱਚ ਜਾ ਕੇ ਵਸੇ ਹੋਏ ਨੇ, ਉਹਨਾਂ ਨੇ ਵੀ ਹੁਣ ਇਹ ਧਮਕੀ ਦਿੱਤੀ ਹੈ ਕਿ ਰਾਹੁਲ ਗਾਂਧੀ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਠੋਕ ਸਕਦੇ ਨੇ। ਬਿਲਕੁਲ ਵਾਸੂ ਜੀ, ਤੁਸੀਂ ਬਿਲਕੁਲ ਠੀਕ ਕਿਹਾ ਕਿ IPL ਨੂੰ ਜਿਹੜੀ ਇੰਡੀਅਨ ਪ੍ਰੀਮੀਅਰ ਲੀਗ ਹੈ ਕ੍ਰਿਕਟ ਦੀ, ਇਹਨੂੰ ਪਪੂਲਰ ਕਰਨ ਦੇ ਵਿੱਚ ਲਲਿਤ ਮੋਦੀ ਦਾ ਬਹੁਤ ਹੱਥ ਰਿਹਾ। ਪਰ ਨਾਲ ਹੀ ਨਾਲ ਲਲਿਤ ਮੋਦੀ ਤੇ ਬਹੁਤ ਸਾਰੇ ਇਲਜ਼ਾਮ ਲੱਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਡਿਫਰੈਂਟ ਫਰੈਂਚਾਈਜ਼ੀਜ਼ ਨੂੰ ਲੈਣ ਲਈ ਪੈਸਿਆਂ ਦਾ ਘਪਲਾ ਕੀਤਾ, ਇਸ ਤਰ੍ਹਾਂ ਦੇ ਇਲਜ਼ਾਮ ਸੀ। ਉਹਨਾਂ ਦੇ ਸਬੰਧ ਸਵਰਗਵਾਸੀ ਹੋਏ ਨੇ ਜਿਹੜੇ ਸੁਸ਼ਮਾ ਸਵਰਾਜ, ਭਾਰਤੀ ਜਨਤਾ ਪਾਰਟੀ ਦੇ ਲੀਡਰ, ਉਹਨਾਂ ਨਾਲ ਵੀ, ਤੇ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਰਾਜਸਥਾਨ ਦੇ ਵਸੁੰਧਰਾ ਰਾਜੇ, ਉਹਨਾਂ ਦੇ ਨਾਲ ਵੀ ਬੜੇ ਸੰਬੰਧ ਵੀ ਮੰਨੇ ਜਾਂਦੇ ਆ। ਸਨ 2010 ਦੇ ਵਿੱਚ ਇਹ ਭੱਜ ਜਾਂਦੇ ਨੇ ਜਦੋਂ ED ਐਨਫੋਰਸਮੈਂਟ ਡਾਇਰੈਕਟੋਰੇਟ ਇਹਨਾਂ ਦੇ ਖਿਲਾਫ ਜਾਂਚ ਆਰੰਭ ਕਰਦੀ ਆ। ਹੁਣ ਇਹਨਾਂ ਦਾ ਬਿਆਨ ਆਇਆ ਔਰ ਆਪਾਂ ਨੂੰ ਪਤਾ ਰਾਹੁਲ ਗਾਂਧੀ ਨੇ ਜੋ ਪੁਲਾੜ ਦੇ ਵਿੱਚ ਇੱਕ ਦਿੱਤਾ ਸੀ, ਭਾਸ਼ਣ ਦਿੱਤਾ ਸੀ ਕਰਨਾਟਕਾ ਦੇ ਵਿੱਚ, ਉਸ ਕਰਕੇ ਉਹਨਾਂ ਨੂੰ ਸਜ਼ਾ ਹੋਈ ਆ। ਉਹਦੇ ਵਿੱਚ ਲਲਿਤ ਮੋਦੀ ਦਾ ਵੀ ਨਾਂ ਲਿੱਤਾ ਸੀ, ਨੀਰਵ ਮੋਦੀ, ਲਲਿਤ ਮੋਦੀ, ਮੇਹੁਲ ਚੌਕਸੀ। ਇਹ ਕਹਿੰਦੇ ਮੈਂ UK ਦੇ ਵਿੱਚ ਹੁਣ ਰਾਹੁਲ ਗਾਂਧੀ ਤੇ ਮਾਨਹਾਨੀ ਦਾ ਮੁਕੱਦਮਾ ਦਾਇਰ ਕਰੂੰਗਾ। ਬੜੀ ਹੈਰਾਨੀ ਦੀ ਗੱਲ ਹੁੰਦੀ ਆ ਕਿ ਜਿਹੜੇ ਖੁਦ ਕਾਨੂੰਨ ਤੋਂ ਭੱਜ ਰਹੇ ਹੁਣ, ਉਹ ਕਾਨੂੰਨ ਦੀ ਗੱਲ ਕਰ ਰਹੇ ਹੁਣ। ਇਹਨਾਂ ਨੂੰ ਕਿਸ ਦੀ ਸਪੋਰਟ ਆ, ਉਹ ਵਾਸੂ ਜੀ ਤੁਸੀਂ ਵੀ ਭਲੀ ਭਾਂਤੀ ਸਮਝ ਸਕਦੇ ਹੋ ਤੇ ਮੈਂ ਵੀ ਸਮਝ ਸਕਦਾ ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਹੁਣ ਰਾਹੁਲ ਗਾਂਧੀ ਦੀ ਡਿਸਕੁਆਲੀਫਿਕੇਸ਼ਨ ਨੂੰ ਲੈ ਕੇ ਜਰਮਨੀ ਵੀ ਚਿੰਤਾ ਵਿਅਕਤ ਕਰ ਰਿਹਾ। ਬਿਲਕੁਲ, ਦੇਖੋ ਵਾਸੂ ਜੀ, ਇਹ ਗੱਲ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਪਚ ਨਹੀਂ ਰਹੀ। ਜਰਮਨੀ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ, ਉਹ ਕਹਿੰਦੇ ਕਿ ਰਾਹੁਲ ਗਾਂਧੀ ਦੀ ਜੋ ਡਿਸਕੁਆਲੀਫਿਕੇਸ਼ਨ ਹੋਈ ਆ ਐਜ਼ ਮੈਂਬਰ ਪਾਰਲੀਮੈਂਟ, ਸਾਡੀ ਨਜ਼ਰ ਉਸ ਤੇ ਲਗਾਤਾਰ ਬਣੀ ਹੋਈ ਆ। ਕੀ ਡਿਵੈਲਪਮੈਂਟ ਹੁੰਦੀ ਹੈ, ਇਹ ਵੀ ਕਹਿੰਦੇ ਨੇ ਕਿ ਸਾਨੂੰ ਲੱਗਦਾ ਕਿ ਉਹ ਜਲਦੀ ਇਸ ਕੇਸ ਤੇ ਅਪੀਲ ਫਾਈਲ ਕਰਨਗੇ। ਜੋ ਵੀ ਰਿਲੀਫ ਮਿਲੇਗਾ, ਜੋ ਕੋਰਟ ਦਾ ਫੈਸਲਾ ਹੋਏਗਾ, ਅਸੀਂ ਉਹ ਵੀ ਦੇਖਾਂਗੇ। ਇਹ ਜਰਮਨੀ ਦੀ ਇਹ ਗੱਲ ਬੜੀ ਉਦੋਂ ਆਉਂਦੀ ਆ ਜਦੋਂ 3 ਦਿਨ ਪਹਿਲਾਂ US ਸਟੇਟ ਡਿਪਾਰਟਮੈਂਟ, ਉਹਨਾਂ ਦੇ ਪ੍ਰਿੰਸੀਪਲ ਡੈਪਟੀ ਸਪੋਕਸਪਰਸਨ ਨੇ ਵਿਦਾਂਤ ਪਟੇਲ, ਭਾਰਤੀ ਮੂਲ ਦੇ ਨੇ ਇਹਨਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ ਸੀ। ਕਹਿੰਦੇ US ਵੀ, ਅਮਰੀਕਾ ਵੀ ਇਸ ਉੱਤੇ ਨਜ਼ਰ ਬਣਾ ਕੇ ਰੱਖਿਆ ਔਰ ਅਸੀਂ ਚਾਹੁੰਦੇ ਹਾਂ ਕਿ ਮਨੁੱਖੀ ਅਧਿਕਾਰਾਂ ਦਾ, ਹਿਊਮਨ ਰਾਈਟਸ ਦਾ ਤੇ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਲੋਕਤਾਂਤਰਿਕ ਸ਼ਕਤੀਆਂ ਨੇ ਜਾਂ ਤਾਕਤਾਂ ਨੇ ਜਾਂ ਸਰਕਾਰਾਂ ਨੇ, ਉਹ ਇਸ ਨੂੰ ਬਰਕਰਾਰ ਰੱਖਣ। ਉਹਨਾਂ ਨੇ ਵੀ ਇਹ ਗੱਲ ਕਹੀ ਸੀ। ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਇਹ ਗੱਲ ਪਚ ਨਹੀਂ ਰਹੀ। ਉਹ ਕਹਿੰਦੇ ਫੋਰਨ ਹੈਂਡ ਆ ਗਿਆ, ਵਿਦੇਸ਼ੀ ਹੱਥ। ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਤਾਂ ਉਹਨਾਂ ਨੂੰ ਲੱਗਦਾ ਵਿਦੇਸ਼ੀ ਹੱਥ। ਇੱਕ ਚੀਜ਼ ਮੈਂ ਇਹ 'ਚ ਹੋਰ ਦੱਸਦਾ ਤੁਹਾਨੂੰ ਕਿ ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲ ਦੇ ਵਿੱਚ ਲੱਖਾਂ ਲੋਕ, ਤੁਹਾਨੂੰ ਤਾਂ ਪਤਾ ਹੀ ਹੋਣਾ ਵਾਸੂ ਜੀ, ਜਿਹੜੇ ਸੜਕਾਂ ਤੇ ਆ ਗਏ ਸੀ ਕਿਉਂਕਿ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਬੈਂਜਾਮਿਨ ਨੇਤਨਯਾਹੂ, ਉੱਥੇ ਡੈਮੋਕ੍ਰੇਸੀ ਨੂੰ ਕੰਟਰੋਲ ਕਰਨਾ ਚਾਹੁੰਦੇ ਸੀ, ਜੁਡੀਸ਼ਰੀ ਨੂੰ ਕੰਟਰੋਲ ਕਰਨਾ ਚਾਹੁੰਦੇ ਸੀ। ਹੁਣ ਉਹਨਾਂ ਨੇ ਬੈਕਆਊਟ ਕਰ ਲਿਆ। ਈਵਨ ਕਿ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਸੀ ਕਿ ਤੁਸੀਂ ਥੋੜਾ ਪਿੱਛੇ ਹਟੋ। ਪਾਕਿਸਤਾਨ 'ਚ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਹੋ ਰਹੀਆਂ, ਕਿਸੇ ਦਿਨ ਆਪਾਂ ਵਿਸਤਾਰ ਤੇ ਗੱਲ ਕਰਾਂਗੇ। ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਖਦਸ਼ੇ ਆ ਉਹ ਲੋਕਤਾਂਤਰਿਕ ਸ਼ਕਤੀਆਂ ਤੇ ਜ਼ਰੂਰ ਜਿਹੜੇ ਆ ਉਹ ਪੈਦਾ ਹੁੰਦੇ ਨੇ ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਭਾਰਤ ਦੇ ਵਿੱਚ ਇੱਕ ਹੋਰ ਬੜੀ ਵਧੀਆ ਡਿਵੈਲਪਮੈਂਟ ਹੋਈ ਹੈ। 90 ਬਿਊਰੋਕਰੈਟਸ ਦੇ ਇੱਕ ਗਰੁੱਪ ਨੇ ਸਾਂਝੇ ਤੌਰ ਤੇ ਲਾਅ ਮਿਨਿਸਟਰ ਨੂੰ ਚਿੱਠੀ ਲਿਖੀ ਹੈ। ਕਹਿੰਦੇ ਕਿ ਜੇ ਕੋਈ ਵਿਅਕਤੀ ਸਰਕਾਰ ਦੀ ਨਿਖੇਧੀ ਕਰਦਾ ਜਾਂ ਕ੍ਰਿਟੀਸਾਈਜ਼ ਕਰਦਾ ਸਰਕਾਰ ਨੂੰ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਮੁਲਕ ਨੂੰ ਕ੍ਰਿਟੀਸਾਈਜ਼ ਕਰ ਰਿਹਾ। ਕਹਿੰਦਾ ਇਸ ਆਧਾਰ ਤੇ ਉਹਨਾਂ ਨੂੰ ਐਂਟੀ ਨੈਸ਼ਨਲ ਕਹਿਣਾ ਬੰਦ ਕਰੋ। ਬਿਲਕੁਲ, ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ 'ਚ ਆ ਜਾਂ ਹੋਰ ਵੀ ਕਈ ਸੂਬਿਆਂ ਦੇ ਵਿੱਚ ਆ, ਬਹੁਤ ਵੱਡੀ ਤਾਕਤ ਦੇ ਨਾਲ 303 ਮੈਂਬਰ ਪਾਰਲੀਮੈਂਟ ਨੇ, ਸੋ ਬਹੁਤ ਭਾਰੀ ਬਹੁਮਤ ਆ। ਲੇਕਿਨ ਜਦੋਂ ਵੀ ਕੋਈ ਆਲੋਚਨਾ ਕਰਦਾ ਜਾਂ ਕ੍ਰਿਟੀਸਾਈਜ਼ ਕਰਦਾ ਤੇ ਇਹਨਾਂ ਦੇ ਹੀ ਕਈ ਮੰਤਰੀ, ਖਾਸ ਤੌਰ ਤੇ ਕਾਨੂੰਨ ਮੰਤਰੀ ਕਿਰਨ ਰਿਜੀਜੂ ਜਾਂ ਹੋਰ ਵੀ ਮੰਤਰੀ, ਉਹ ਕਹਿ ਦਿੰਦੇ ਨੇ ਕਿ ਦੇਖੋ ਜੀ ਇਹ ਤਾਂ ਭਾਰਤ ਦੀ ਆਲੋਚਨਾ। ਜਿਸ ਤਰ੍ਹਾਂ ਕਿ ਰਾਹੁਲ ਗਾਂਧੀ ਤੇ ਇਲਜ਼ਾਮ ਲਾ ਦਿੱਤਾ ਗਿਆ ਸੀ ਜਦੋਂ UK ਗਏ ਸੀ। ਉਹ ਕਹਿੰਦੇ ਨੇ ਜਿਹੜੇ 90 ਬਿਊਰੋਕਰੈਟਸ ਆ, ਇਹਨਾਂ ਨੇ ਹੁਣ ਇੱਕ ਚਿੱਠੀ ਲਿਖੀ ਆ। 90 ਬਿਊਰੋਕਰੈਟ ਨੇ, ਸਿਵਲ ਸਰਵੈਂਟਸ ਨੇ, ਇਹਦੇ ਵਿੱਚ ਕਈ ਜੱਜਿਸ ਨੇ, IAS ਆਫੀਸਰਸ ਨੇ, IRS ਆਫੀਸਰਸ ਨੇ, IFS ਆਫੀਸਰਸ ਨੇ। ਇਹਨਾਂ ਨੇ ਕਹੀ ਆ ਕਿ ਕਿਸੇ ਵੀ ਸਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ, ਉਹਨਾਂ ਦੀਆਂ ਪਾਲਿਸੀਜ਼ ਹੁੰਦੀਆਂ, ਉਹਨਾਂ ਦੀਆਂ ਜੋ ਵੀ ਉਹ ਐਕਟੀਵਿਟੀਜ਼ ਕਰਦੇ ਨੇ, ਉਹਨਾਂ ਦੀ ਆਲੋਚਨਾ ਕਰਨਾ ਕੋਈ ਇਹ ਨਹੀਂ ਹੁੰਦਾ ਕਿ ਮੁਲਕ ਦੀ ਆਲੋਚਨਾ ਤੁਸੀਂ ਉਹਨਾਂ ਨੂੰ ਫਟਾਫਟ ਐਂਟੀ ਨੈਸ਼ਨਲ ਕਹਿ ਦਿੰਦੇ ਹੋ ਜਾਂ ਇਹ ਕਹਿ ਦਿੰਦੇ ਹੋ ਕਿ ਇਹ ਤਾਂ ਦੇਸ਼ ਧਰੋਹੀ ਆ। ਸੋ ਇਹ ਚੀਜ਼ਾਂ ਨੂੰ ਖਤਮ ਕਰੋ। ਘੱਟੋ ਘੱਟ ਲੋਕਤੰਤਰਿਕ ਜਿਹੜੀਆਂ ਪ੍ਰਕਿਰਿਆਵਾਂ ਹੁੰਦੀਆਂ ਨੇ ਜਾਂ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਮੂਲ ਜਿਹੜੀਆਂ ਮਰਿਆਦਾਵਾਂ ਹੁੰਦੀਆਂ ਨੇ, ਉਹਨਾਂ ਦਾ ਪਾਲਣ ਕਰੋ। ਇਹ ਚੀਜ਼ਾਂ ਨਾ ਕਰੋ। ਸੋ ਦੇਖਦੇ ਆ ਕਿੰਨਾ ਕਸਰ ਕਿਰਨ ਰਿਜੀਜੂ ਤੇ ਹੁੰਦਾ, ਪਰ ਇਹ ਗੱਲ ਚਿੱਠੀ ਉਹਨਾਂ ਨੇ ਲਿਖੀ ਜ਼ਰੂਰ ਹੈ ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਸਾਰੇ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵਾਸੂ ਜੀ।